ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦ ਸਮਰ ਨਿਊਜ਼ ਤੇ ਮੈਂ ਹਾਂ ਤਮੰਨਾ ਬੇਦੀ। ਖੇਤੀ ਕਾਨੂੰਨਾਂ ਦੇ ਖਿਲਾਫ ਲਾਮਬੰਦ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿਚਾਲੇ ਲੋਕਾਂ ਦੇ ਵੱਲੋਂ ਆਪਣਾ ਰੋਹ ਵਿਅਕਤ ਕਰਦਿਆਂ ਰਿਲਾਇੰਸ ਜੀਓ ਦੇ ਟਾਵਰਾਂ ਤੇ ਸਟੋਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਰਿਲਾਇੰਸ ਜੀਓ ਇਨਫੋਕਾਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਸੰਬੰਧ ਦੇ ਵਿੱਚ ਪਟੀਸ਼ਨ ਦਾਇਰ ਕੀਤੀ। ਇਸ ਮਾਮਲੇ ਦੇ ਵਿੱਚ ਫਿਲਹਾਲ ਹਲੇ ਸੁਣਵਾਈ ਹੋਣੀ ਬਾਕੀ ਹੈ। ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਨਾ ਤਾਂ ਪਟੀਸ਼ਨਰ ਕੰਪਨੀ ਅਤੇ ਨਾ ਹੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਇਸ ਦੇ ਸਹਿਯੋਗੀਆਂ ਦਾ ਹੁਣ ਜਾਂ ਫਿਰ ਭਵਿੱਖ ਵਿੱਚ ਕਾਰਪੋਰੇਟ ਜਾਂ ਠੇਕਾ ਖੇਤੀ ਵਿੱਚ ਆਉਣ ਦਾ ਕੋਈ ਵਿਚਾਰ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ ਉਹ ਕਿਸਾਨਾਂ ਦੀ ਸਖਤ ਮਿਹਨਤ ਦਾ ਸਨਮਾਨ ਕਰਦੇ ਹਨ, ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹਨਾਂ ਦੇ ਨਾਲ ਖੜੇ ਹਨ। ਤੇ ਇਸੇ ਮੁੱਦੇ ਤੇ ਅੱਜ ਵਿਚਾਰ ਵਿਮਰਸ਼ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਅਸ਼ਵਨੀ ਜੀ। ਸਰ, ਤੁਹਾਡਾ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੂੰਗੀ ਕਿ ਕਿਸਾਨਾਂ ਦੇ ਇਸ ਮੁੱਦੇ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਤਹਿਤ ਉਹਨਾਂ ਨੇ ਰਿਲਾਇੰਸ ਜੀਓ ਦੇ ਟਾਵਰਾਂ ਦੀ ਗੱਲ ਕਰੀਏ ਤੇ ਆਪਣਾ ਗੁੱਸਾ ਉੱਥੇ ਜ਼ਾਹਰ ਕੀਤਾ ਹੈ। ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਕਿ ਕਿਸਾਨੀ ਸੰਘਰਸ਼ ਜਿਹੜਾ ਹੈ ਇਹ ਸਿਰਫ ਹਿੰਦੁਸਤਾਨ ਦਾ ਸੰਘਰਸ਼ ਨਹੀਂ ਰਹਿ ਗਿਆ, ਵਿਸ਼ਵ ਭਰ 'ਚ ਇਸ ਦੀ ਚਰਚਾ ਹੋਈ ਹੈ। ਦੁਨੀਆ ਦੇ ਇਤਿਹਾਸ 'ਚ ਮੇਰੇ ਖਿਆਲ 'ਚ ਐਡਾ ਵੱਡਾ ਸੰਘਰਸ਼ ਜਿਹੜਾ ਕਿਸਾਨੀ ਸੰਘਰਸ਼ ਹੈ, ਅੱਜ ਤੱਕ ਇਸ ਤਰ੍ਹਾਂ ਦਾ ਸੰਘਰਸ਼ ਨਾ ਤਾਂ ਦੇਖਿਆ ਗਿਆ, ਨਾ ਅੰਦੋਲਨ ਕਦੇ ਸੁਣਿਆ ਸੀ। ਇਸ ਦੌਰਾਨ 'ਚ ਜੇ ਹੁਣ ਮੇਰਾ ਖਿਆਲ ਹੈ 3-4 ਮਹੀਨੇ ਤਾਂ ਹੋ ਹੀ ਗਏ ਜਦੋਂ ਤੋਂ ਖੇਤੀ ਕਾਨੂੰਨ ਲਾਗੂ ਹੋਏ, ਉਦੋਂ ਤੋਂ ਹੀ ਕਿਸਾਨ ਜਥੇਬੰਦੀਆਂ ਨੇ ਆਪਣਾ ਰੋਹ ਦਾਇਰ ਕਰਨਾ ਸ਼ੁਰੂ ਕਰ ਦਿੱਤਾ ਸੀ, ਦਰਜ ਕਰਾਉਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਤੋਂ ਲੈ ਕੇ ਫਿਰ ਸਿੰਘੂ ਬਾਰਡਰ ਤੇ ਹੋਰ ਦਿੱਲੀ ਦੇ ਆਸ-ਪਾਸ ਦੇ ਸਾਰੇ ਬਾਰਡਰਸ ਤੇ ਕਿਸਾਨ ਇਕੱਠੇ ਹੋਏ ਆਪਣਾ ਰੋਹ ਪ੍ਰਗਟ ਕਰਨ ਲਈ। ਤੇ ਅੱਜ ਜੇ ਇਹਨਾਂ ਸ਼ੁਰੂਆਤ ਤੋਂ ਹੀ ਤਿੰਨ ਚੀਜ਼ਾਂ ਨੂੰ ਲੈ ਕੇ, ਤਿੰਨ ਬਿੱਲਾਂ ਨੂੰ ਲੈ ਕੇ ਜਿਹੜੀਆਂ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸੀ ਕਿਸਾਨਾਂ ਵੱਲੋਂ ਕਿ ਕਾਰਪੋਰੇਟ ਖੇਤਰ ਵਾਲੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਆ ਰਹੇ ਨੇ, ਤੇ ਹੁਣ ਤੱਕ ਰਿਲਾਇੰਸ ਜਾਂ ਦੂਸਰੀਆਂ ਹੋਰ ਕੰਪਨੀਆਂ ਦੀ ਜਿਹੜੀ ਚੁੱਪੀ ਸੀਗੀ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਪ੍ਰੌੜਤਾ ਬਖਸ਼ ਰਹੀ ਸੀ, ਪੱਕਿਆਂ ਕਰ ਰਹੀ ਸੀ ਕਿ ਹਾਂ ਕਾਰਪੋਰੇਟ ਸੈਕਟਰ ਕਿਤੇ ਨਾ ਕਿਤੇ ਸਰਕਾਰ ਉਹਨਾਂ ਵੱਲ ਝੁਕਾਅ ਰੱਖਦੀ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਕੰਟਰੈਕਟ ਫਾਰਮਿੰਗ ਕਿਸਾਨਾਂ ਨੂੰ ਨੁਕਸਾਨ ਪਹੁੰਚਾਏਗੀ। ਇਹ ਗੱਲ MSP ਦੀ ਵੀ ਸੀ ਕਿ MSP ਦਾ ਕੋਈ ਮਾਇਨਾ ਨਹੀਂ ਰਹਿ ਜਾਣਾ। ਉਸ ਹਾਲਾਤਾਂ ਵਿੱਚ ਜਿਹੜਾ ਸੰਘਰਸ਼ ਸ਼ੁਰੂ ਹੋਇਆ, ਉਦੋਂ ਕਿਤੇ ਵੀ ਇਹਨਾਂ ਕੰਪਨੀਆਂ ਵੱਲੋਂ, ਕਾਰਪੋਰੇਟ ਹਾਊਸਿਸ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਅਸੀਂ ਨਾ ਇਸ ਕਾਨੂੰਨ ਦੇ ਖਿਲਾਫ ਹਾਂ ਜਾਂ ਕਿਸਾਨਾਂ ਦੇ ਹੱਕ 'ਚ ਖੜੇ ਹਾਂ। ਅੱਜ ਉਹ ਕਹਿ ਰਹੇ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਹਾਂ, ਲੇਕਿਨ ਅੱਜ ਤੱਕ ਉਹਨਾਂ ਦੀ ਜਿਹੜੀ ਚੁੱਪੀ ਸੀ ਉਹ ਇਸ ਨੂੰ ਮੈਂ ਜਿਵੇਂ ਪਹਿਲਾਂ ਕਿਹਾ ਕਿ ਪੱਕਿਆਂ ਕਰ ਰਹੀ ਸੀ। ਤੇ ਅੱਜ ਜਿਹੜੇ ਹਾਲਾਤਾਂ 'ਚ ਉਹਨਾਂ ਨੂੰ ਨੁਕਸਾਨ ਪਹੁੰਚਿਆ, ਉਹਨਾਂ ਦੇ ਟਾਵਰਾਂ ਨੂੰ, ਕਿਉਂਕਿ ਰੋਹ ਵਿੱਚ ਆਇਆ ਵਿਅਕਤੀ ਆਪਣਾ ਵਿਰੋਧ ਪ੍ਰਗਟ ਕਰਨ ਲਈ ਕਿਤੇ ਆਪਣੇ ਗੁੱਸੇ ਦੀ ਭਾਵਨਾ ਨੂੰ ਉਜਾਗਰ ਕਰਦਾ ਜਦੋਂ, ਤੇ ਉਹਦੇ ਕੋਲੋਂ ਕੁਝ ਹੋ ਵੀ ਜਾਂਦਾ ਇਸ ਤਰ੍ਹਾਂ ਦਾ, ਕਿਸੇ ਨੂੰ ਨੁਕਸਾਨ ਪਹੁੰਚਾਉਣਾ। ਹਾਲਾਂਕਿ ਬਹੁਤ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਇਹ ਲੋਕਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਸਮਰਥਨ ਜ਼ਰੂਰ ਕਰੋ ਪਰ ਕਿਸੇ ਚੀਜ਼ ਨੂੰ ਨੁਕਸਾਨ ਨਾ ਪਹੁੰਚਾਓ। ਫਿਰ ਵੀ ਜੇ ਨੁਕਸਾਨ ਕਿਤੇ ਰੋਹ 'ਚ ਆਏ ਲੋਕਾਂ ਵੱਲੋਂ ਕੀਤਾ ਗਿਆ ਤੇ ਹੁਣ ਤੱਕ ਇਹ ਚੁੱਪ ਰਹੇ। ਅੱਜ ਇਹ ਕਹਿ ਰਹੇ ਕਿ ਅਸੀਂ ਕਿਸਾਨ ਦੇ ਹੱਕ 'ਚ ਹਾਂ, ਆਪਣੀ ਕਾਰਪੋਰੇਟ ਖੇਤੀ ਜਾਂ ਕੰਟਰੈਕਟ ਫਾਰਮਿੰਗ 'ਚ ਸਾਡਾ ਕੋਈ ਨਹੀਂ ਦਖਲ ਰਹੇਗਾ। ਜੀ, ਮੈਂ ਬਿਲਕੁਲ ਉਸੇ ਸਵਾਲ ਤੇ ਆਉਣਾ ਚਾਹੂੰਗੀ ਕਿਉਂਕਿ ਹੁਣ ਕਿਹਾ ਜਾ ਰਿਹਾ ਕਿ ਰਿਲਾਇੰਸ ਵੱਲੋਂ ਇਹ ਬਿਆਨ ਦਿੱਤਾ ਗਿਆ, ਵੱਡਾ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਹੁਣ ਤੱਕ ਹੀ, ਅਸੀਂ ਭਵਿੱਖ ਵਿੱਚ ਵੀ ਬਿਲਕੁਲ ਵੀ ਕੰਟਰੈਕਟ ਫਾਰਮਿੰਗ ਦੇ ਵਿੱਚ ਸਾਡਾ ਕੋਈ ਰੋਲ ਨਹੀਂ ਰਹੇਗਾ। ਅਸੀਂ ਕਿਸਾਨਾਂ ਦੇ ਕੋਲੋਂ ਅਨਾਜ ਨਹੀਂ ਖਰੀਦਾਂਗੇ ਤੇ ਨਾ ਹੀ ਸਾਡਾ ਕੋਈ ਜ਼ਮੀਨ ਦੀ ਖਰੀਦ ਫਰੋਖਤ ਦੇ ਵਿੱਚ ਕੋਈ ਲੈਣ ਦੇਣ ਹੋਏਗਾ। ਇਸ ਬਾਰੇ ਕੀ ਕਹੋਗੇ? ਹਾਂ, ਇਹ ਜਿਹੜਾ ਹੁਣ ਆਸ਼ਵਾਸਨ ਇਹਨਾਂ ਨੇ ਦਿੱਤਾ ਹੈ, ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ ਤਾਂ ਕਿ ਇਹ ਜੋ ਖਦਸ਼ੇ ਸੀ ਕਿਸਾਨਾਂ ਦੇ ਮਨਾਂ ਵਿੱਚ, ਜਿਵੇਂ ਮੀਟਿੰਗਾਂ ਚੱਲੀਆਂ, 7 ਮੀਟਿੰਗਾਂ ਫੇਲ ਹੋ ਗਈਆਂ, ਜੇ ਇਹੀ ਗੱਲ ਇਹਨਾਂ ਨੇ ਪਹਿਲਾਂ ਆਸ਼ਵਾਸਨ ਦਿੱਤਾ ਹੁੰਦਾ ਜਾਂ ਲਿਖਤੀ ਤੌਰ ਤੇ ਮੰਨਿਆ ਹੁੰਦਾ ਕਿ ਕਾਰਪੋਰੇਟ ਹਾਊਸਿਸ ਜਿਹੜੇ ਆ ਉਹ ਕੰਟਰੈਕਟ ਫਾਰਮਿੰਗ 'ਚ ਨਹੀਂ ਆਉਣਗੇ, ਕਿਸਾਨਾਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ, ਤਾਂ ਮੇਰਾ ਖਿਆਲ ਹੈ ਕਿ ਪੈਚਅਪ ਵਾਲੀ ਕਿਤੇ ਨਾ ਕਿਤੇ ਸਥਿਤੀ ਬਣ ਸਕਦੀ ਸੀ। ਲੇਕਿਨ ਕਿਉਂ ਨਹੀਂ ਬਣੀ? ਕਿਉਂਕਿ ਇਹ ਹੁਣ ਤੱਕ ਚੁੱਪ ਰਹੇ। ਅੱਜ ਉਹਨਾਂ ਨੂੰ ਮਹਿਸੂਸ ਹੋਇਆ ਕਿ ਜਿਹੜਾ ਸਾਡਾ ਨੁਕਸਾਨ ਹੋ ਰਿਹਾ, ਕਰੋੜਾਂ ਰੁਪਏ ਦਾ, ਲਗਭਗ ਮੇਰੇ ਖਿਆਲ 1000 ਤੋਂ ਵੱਧ ਟਾਵਰ ਇਹਨਾਂ ਦੇ ਨੁਕਸਾਨ ਪਹੁੰਚਾਏ ਗਏ, ਬੰਦ ਹੋ ਗਏ,
ਜਿਹੜੇ ਜੀਓ ਦੇ ਸਿਮਸ ਵੀ ਲੋਕਾਂ ਨੇ ਪੋਰਟ ਕਰਾਉਣੇ ਸ਼ੁਰੂ ਕਰਤੇ ਰਾਤੋਂ ਰਾਤ। ਕਿੰਨੇ ਲੱਖਾਂ ਲੋਕਾਂ ਨੇ ਇਸ ਵੱਲ ਝੁਕਾਅ ਹੋਇਆ ਉਹਨਾਂ ਦਾ ਕਿ ਉਹਨਾਂ ਨੇ ਦੂਸਰੀਆਂ ਕੰਪਨੀਆਂ ਦੇ ਸਿਮ ਲੈ ਲਏ। ਅਤੇ ਹੁਣ ਮੇਰੇ ਸੁਣਨ 'ਚ ਵੀ ਔਰ ਪੜ੍ਹਨ 'ਚ ਵੀ ਇਹ ਗੱਲ ਆਈ ਹੈ ਕਿ ਰਿਲਾਇੰਸ ਜਿਹੜਾ ਇਨਫੋਕੋਮ ਹੈ ਉਹ ਹੁਣ ਇਹ ਗੱਲ ਕਰ ਰਿਹਾ ਕਿ ਸਾਡੇ ਜਿਹੜੇ ਰਾਈਵਲਸ ਹੈ ਕੰਪਨੀਆਂ ਉਹ ਕਿਸਾਨਾਂ ਨੂੰ ਭੜਕਾ ਰਹੀਆਂ। ਇਹ ਗੱਲ ਕਿਸਾਨੀ ਸੰਘਰਸ਼ ਬਹੁਤ ਵਾਰੀ ਸੁਣੀ ਜਾ ਚੁੱਕੀ ਹੈ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ, ਲੇਕਿਨ ਕੀ ਕਿਸਾਨ ਇੰਨੇ ਹੀ ਕਮਜ਼ੋਰ ਮਨ ਦੇ ਨੇ ਜਾਂ ਕਮਜ਼ੋਰ ਦਿਮਾਗ ਦੇ ਨੇ ਕਿ ਉਹਨਾਂ ਉਹ ਭੜਕਾਹਟ ਚਾਹੁੰਣਗੇ? ਜਦ ਕਿ ਇਸ ਅੰਦੋਲਨ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਦੇਖਣ ਨੂੰ ਮਿਲੀ ਹੈ ਉਹ ਇਹੀ ਹੈ ਕਿ ਉਹ ਬੜੇ ਜ਼ਾਬਤੇ ਵਿੱਚ ਰਹਿ ਕੇ ਅੰਦੋਲਨ ਕਰ ਰਹੇ ਨੇ, ਉੱਥੇ ਬੈਠੇ ਨੇ, ਠੰਡ ਵਿੱਚ ਬੈਠੇ ਨੇ, ਆਪਣਾ ਵਿਰੋਧ ਪ੍ਰਗਟ ਕਰ ਰਹੇ ਨੇ, ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਕਿਤੇ ਵੀ ਪਹੁੰਚਾਇਆ ਗਿਆ। ਇਸ ਦਾ ਮਤਲਬ ਇਹ ਹੈ ਹਾਂਜੀ, ਬਿਲਕੁਲ ਹੀ ਸ਼ਾਂਤੀਮਈ ਢੰਗ ਦੇ ਨਾਲ ਉਹਨਾਂ ਨੇ ਪ੍ਰਦਰਸ਼ਨ ਕੀਤਾ ਵੈ ਤੇ ਬਲਕਿ ਇਹ ਲੋਕਾਂ ਦਾ ਗੁੱਸਾ ਵੈ ਜੋ ਅਸੀਂ ਗੱਲਬਾਤ ਵੀ ਕੀਤੀ, ਲੋਕਾਂ ਦੇ ਨਾਲ ਜਾ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ। ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਰ, ਬਿਲਕੁਲ ਆਮ ਜਨਤਾ ਹੈ ਜੋ ਕਿ ਉਹਨਾਂ ਦੇ ਹੱਕ ਵਿੱਚ ਬੋਲ ਰਹੀ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਟੀਵੀ ਤੇ ਦੇਖਦੇ ਨੇ ਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ। ਉਹਨਾਂ ਦੀ ਸਥਿਤੀ ਠੰਡ ਵਿੱਚ ਜਿਵੇਂ ਉਹ ਬੈਠੇ ਨੇ ਤੇ ਜਿਹੋ ਜਿਹੇ ਮੱਥਾ ਲਾ ਕੇ ਬੈਠੇ ਕੇਂਦਰ ਸਰਕਾਰ ਦੇ ਨਾਲ ਤੇ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ, ਉਹ ਉਹਨਾਂ ਦੇ ਹੱਕ ਦੀਆਂ ਮੰਗਾਂ ਨੇ, ਕਿਉਂ ਫਿਰ ਸਰਕਾਰ ਇਹ ਮੱਥਾ ਲਾ ਕੇ ਬੈਠੀ ਹੋਈ ਹੈ ਕਿ ਅੜੀਅਲ ਰਵੱਈਆ ਜਿਹੜਾ ਉਹਨਾਂ ਦਾ ਲਗਾ ਕੇ ਬੈਠੀ ਹੋਈ ਹੈ। ਤੇ ਹੁਣ ਕਿਉਂਕਿ ਪ੍ਰਾਈਵੇਟ ਕੰਪਨੀਆਂ ਨੂੰ ਆਪਣਾ ਨੁਕਸਾਨ ਹੋ ਰਿਹਾ, ਨਜ਼ਰ ਆ ਰਿਹਾ, ਆਪਣਾ ਨੁਕਸਾਨ ਭਰਪਾਈ ਹੋ ਰਹੀ, ਤਾਂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ। ਤੇ ਸਰ ਕੀ ਲੱਗਦਾ ਹੈ ਕਿ ਹਾਈ ਕੋਰਟ ਦਾ ਹੁਣ ਇਸ ਮੁੱਦੇ ਤੇ ਕੀ ਰਵੱਈਆ ਰਹੇਗਾ? ਗੱਲ ਜਿੱਥੋਂ ਤੱਕ ਹਾਈ ਕੋਰਟ 'ਚ ਜਾਣ ਦੀ ਉਹਨਾਂ ਦੀ ਹੈ, ਮੈਂ ਸਮਝਦਾ ਕਿ ਇਹ ਪੈਸੇ ਦਾ ਨੁਕਸਾਨ ਦੇਖ ਕੇ ਉਹ ਹਾਈ ਕੋਰਟ ਵੱਲ ਨੂੰ ਤੁਰੇ ਆ। ਕਿ ਉਹਨਾਂ ਨੂੰ ਜੇ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਹਾਂ, ਅੱਗੋਂ ਤੋਂ ਵੀ ਕਿਸਾਨਾਂ ਦੇ ਹੱਕ 'ਚ ਖੜਾਂਗੇ, ਅੰਨਦਾਤਾ ਹੈ ਕਿਸਾਨ, ਹੁਣ ਤੱਕ ਨਜ਼ਰ ਨਹੀਂ ਆਇਆ। ਇੰਨੇ ਲੋਕਾਂ ਦੀ ਉੱਥੇ ਜਾਨ ਗਈ ਹੈ ਇਸ ਅੰਦੋਲਨ 'ਚ ਬੈਠੇ ਹੋਏ ਕਿਸਾਨਾਂ ਦੇ, ਉਹਨਾਂ ਦੇ ਪਰਿਵਾਰਾਂ ਵੱਲ ਦੇਖੋ। ਜਾਨੀ ਨੁਕਸਾਨ ਦੀ ਪੂਰਤੀ ਤਾਂ ਨਹੀਂ ਨਾ ਹੋ ਸਕਦੀ, ਇਸ ਮਾਲੀ ਨੁਕਸਾਨ ਦੀ ਤਾਂ ਪੂਰਤੀ ਹੋ ਜਾਏਗੀ ਕਿਸੇ ਨਾ ਕਿਸੇ ਤਰੀਕੇ, ਪਰ ਜਾਨੀ ਨੁਕਸਾਨ ਦੀ ਪੂਰਤੀ ਨਹੀਂ ਹੋ ਸਕੀ। ਤੇ ਸਰ ਮੈਂ ਤੇ ਇਹ ਵੀ ਜਾਣਨਾ ਚਾਹੂੰਗੀ ਕਿ ਦੇਰ ਬਾਅਦ ਆਇਆ ਇਹ ਫੈਸਲਾ, ਤਕਰੀਬਨ ਆਪਾਂ ਹਿਸਾਬ ਲਾਈਏ ਤਾਂ 2 ਮਹੀਨੇ ਤਾਂ ਹੋ ਚੁੱਕੇ ਆ। 26 ਨਵੰਬਰ ਤੋਂ ਕਿਸਾਨ ਡਟੇ ਹੋਏ ਲਗਾਤਾਰ ਇਸ ਪ੍ਰਦਰਸ਼ਨ ਦੇ ਵਿੱਚ, ਤੇ ਹੁਣ ਜਾ ਕੇ ਆਪਣੇ ਨੁਕਸਾਨ ਦੇ ਮੱਦੇਨਜ਼ਰ ਇਹ ਜੋ ਬਿਆਨ ਆਇਆ ਵਾ ਕਿ ਇਹ ਦਾਅਵਾ ਕਰ ਰਹੇ ਨੇ ਰਿਲਾਇੰਸ ਵਾਲੇ ਕਿ ਅਸੀਂ ਕੋਈ ਵੀ ਰੋਲ ਪਲੇ ਨਹੀਂ ਕਰਾਂਗੇ ਇਹਨਾਂ ਦੇ ਵਿੱਚ, ਇਹ ਦੇਰੀ ਨਾਲ ਆਉਣ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਉਹ ਦੇਰ ਆਏ ਦਰੁਸਤ ਆਏ ਵੀ ਮੰਨ ਸਕਦੇ ਹਾਂ ਆਪਾਂ ਇਸ ਗੱਲ ਨੂੰ ਕਿ ਇਨਸਾਨੀ ਫਿਤਰਤ ਹੈ ਕਿ ਪਹਿਲਾਂ ਉਹ ਦੇਖਦਾ ਕਿ ਇਹਦਾ ਰਿਐਕਸ਼ਨ ਕੀ ਹੋਏਗਾ। ਜਦੋਂ ਉਹਨੂੰ ਸੇਕ ਆਪਣੇ 'ਤੇ ਆਉਂਦਾ ਲੱਗਦਾ ਫਿਰ ਉਹ ਕੋਈ ਰਿਐਕਸ਼ਨ ਦਿੰਦਾ। ਇਸੇ ਤਰ੍ਹਾਂ ਪਿੱਛੇ ਜੇ ਧਰਮਿੰਦਰ ਬਾਰੇ ਮੈਂ ਕਹਿਣਾ ਚਾਹੁੰਦਾ, ਤੁਸੀਂ ਸਮਰ ਨਿਊਜ਼ 'ਤੇ ਦਿਖਾਇਆ ਵੀ ਸੀ ਉਹਦੇ ਪਿੰਡ ਦੇ ਹਾਲਾਤ ਕਿ ਉਹਨਾਂ ਨੇ ਬਾਈਕਾਟ ਕੀਤਾ ਉੱਥੋਂ ਦੇ ਲੋਕਾਂ ਨੇ, ਕਿਉਂਕਿ ਧਰਮਿੰਦਰ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿੰਦਾ ਤੇ ਸੰਨੀ ਦਿਓਲ ਜਿਹੜੇ ਆ ਉਹ ਗੁਰਦਾਸਪੁਰ ਤੋਂ, ਸਾਡੇ ਪੰਜਾਬ ਤੋਂ ਹੀ MP ਵੀ ਨੇ, ਪਰ ਉਹਨਾਂ ਨੇ ਆਪਣੇ ਟਵੀਟ ਵਿੱਚ ਕਿਸਾਨਾਂ ਦੇ ਹੱਕ 'ਚ ਵੀ ਕੋਈ ਗੱਲ ਕਰਨ ਦੀ ਬਜਾਏ ਸਰਕਾਰ ਦਾ ਪੱਖ ਪੂਰਿਆ। ਧਰਮਿੰਦਰ ਦੀ ਚੁੱਪੀ, ਤੇ ਅੱਜ ਜਦੋਂ ਉਹ ਵਿਰੋਧ ਹੋਇਆ ਤਾਂ ਉਹਨਾਂ ਨੇ ਦੇਰ ਨਾਲ ਇਹ ਕਿਸਾਨੀ ਹੱਕ 'ਚ ਇੱਕ ਟਵੀਟ ਕੀਤਾ, ਤੇ ਅੱਜ ਕਿਸਾਨੀ ਹੱਕ 'ਚ ਸਟੇਟਮੈਂਟ ਜਿਹੜੀ ਦੇ ਰਹੇ ਆ ਰਿਲਾਇੰਸ ਗਰੁੱਪ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਹਾਂ, ਉਹ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਨਸਾਨੀ ਫਿਤਰਤ ਦਾ ਹੀ ਹੈ। ਚਲੋ ਦੇਰ ਆਏ ਦਰੁਸਤ ਆਏ, ਇਹ ਚੰਗੀ ਗੱਲ ਹੈ, ਜੋ ਕਹਿੰਦੇ ਆਸ਼ਵਾਸਨ ਦਿੰਦੇ ਆ, ਠੀਕ ਹੈ। ਤੇ ਸਰ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਵਾ ਕਿ ਜੋ ਵੀ ਉਹਨਾਂ ਨੂੰ ਨੁਕਸਾਨ ਝੇਲਣਾ ਪੈ ਰਿਹਾ ਵਾ, ਇਸ ਦੇ ਉੱਤੇ ਕੀ ਲੱਗਦਾ ਹੈ ਕਿ ਹਾਈ ਕੋਰਟ ਦਾ ਕੀ ਰਵੱਈਆ ਰਹੇਗਾ, ਕੀ ਫੈਸਲਾ ਆਏਗਾ? ਫੈਸਲਾ ਕੀ ਆਏਗਾ ਇਹ ਤਾਂ ਕੋਰਟ ਦੇਖੇਗੀ, ਲੇਕਿਨ ਮੈਂ ਇਸ ਗੱਲ ਨੂੰ ਲੈ ਕੇ ਬੜਾ ਮੇਰੇ ਵਿਚਾਰ ਹੋਰ ਤਰ੍ਹਾਂ ਦੇ ਨੇ ਕਿ ਅੱਜ ਉਹਨਾਂ ਨੇ ਇਹ ਪਟੀਸ਼ਨ ਲਗਾਈ ਹੈ ਆਪਣੇ ਮਾਲੀ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਏ। ਮੈਂ ਸੋਚਦਾ ਕਿ ਕੀ ਜਿੰਨੀਆਂ ਜਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪੂਰਤੀ ਹੋ ਸਕੇਗੀ? ਇਹ ਮਾਲੀ ਨੁਕਸਾਨ ਦੀ ਪੂਰਤੀ ਤਾਂ ਕਿਤੇ ਨਾ ਕਿਤੇ ਜਾ ਕੇ ਹੋ ਜਾਏਗੀ, ਲੇਕਿਨ ਜੋ ਜਾਨਾਂ ਗਈਆਂ ਨੇ, ਇੰਨੇ ਕੀਮਤੀ ਜਾਨਾਂ, ਸਾਡੇ ਜੀਵਨ ਜਿਹੜਾ ਹੈ ਬੜਾ ਕੀਮਤੀ ਹੁੰਦਾ,
ਤੇ ਇੰਨੇ ਨੌਜਵਾਨ ਉੱਥੇ ਸੰਘਰਸ਼ ਵਿੱਚ ਜਿਹੜੇ ਗਏ ਉਹ ਵਾਪਸ ਹੀ ਨਹੀਂ ਘਰਾਂ ਨੂੰ ਪਰਤੇ। ਉਹਨਾਂ ਦੇ ਘਰਾਂ ਦਾ ਹਾਲਾਤ ਕੀ ਹੈ, ਪਰਿਵਾਰ ਕਿਵੇਂ ਉਹ ਆਉਣ ਵਾਲੇ ਸਮੇਂ 'ਚ ਆਪਣੇ ਗੁਜ਼ਾਰੇ ਕਿਵੇਂ ਕਰਨਗੇ, ਇਹ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਾਰਪੋਰੇਟ ਹਾਊਸਿਸ ਨੂੰ। ਲੇਕਿਨ ਫਿਰ ਵੀ ਮੈਂ ਕਾਮਨਾ ਕਰਦਾ ਕਿ ਇਸ ਮਾਹੌਲ ਨੂੰ ਕੁਝ ਸ਼ਾਂਤੀ ਨਾਲ ਹੱਲ ਕੀਤਾ ਜਾ ਸਕਦਾ ਹੈ। ਤਾਂ ਅੱਜ ਇਹ ਜਿਹੜੀ ਇਹਨਾਂ ਦੀ ਸਟੇਟਮੈਂਟ ਆਈ ਹੈ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ, ਜੇ ਦੂਜੇ ਕਾਰਪੋਰੇਟ ਹਾਊਸ ਵੀ ਇਸ ਤਰ੍ਹਾਂ ਦੇ ਬਿਆਨ ਦੇਣ ਔਰ ਭਰੋਸਾ ਦਿਵਾਉਣ ਕਿ ਇਹ ਜ਼ਮੀਨਾਂ 'ਤੇ ਕੋਈ ਇਹਨਾਂ ਦਾ ਮਨਸ਼ਾ ਨਹੀਂ ਹੈ, ਮਨਸੂਬਾ ਨਹੀਂ ਹੈ, ਔਰ ਭਾਰਤ ਸਰਕਾਰ ਹੈ ਜੋ ਅੜੀ ਹੋਈ ਹੈ ਖੇਤੀ ਬਿੱਲਾਂ ਨੂੰ ਵਾਪਸ ਨਾ ਲੈਣ ਲਈ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਤੱਕ ਕਿਸਾਨਾਂ ਨੇ ਇੱਕ ਫੈਸਲਾ ਜੋ ਕਰ ਲਿਆ ਹੈ ਇਹ ਦਰੁਸਤ ਫੈਸਲਾ ਹੈ। ਕਿਉਂਕਿ ਜਿਹੜੀ ਚੀਜ਼ ਉਹ ਨਹੀਂ ਚਾਹੁੰਦੇ ਤਾਂ ਅਸੀਂ ਉਹਨਾਂ ਨੂੰ ਠੋਸ ਕੇ ਕਿਉਂ ਦੇ ਰਹੇ ਹਾਂ, ਹੈ ਨਾ। ਥਾਲੀ 'ਚ ਪਰੋਸ ਕੇ ਦੇਣਾ ਚਾਹੁੰਦੇ ਹਾਂ ਕਿ ਲਓ ਜੀ ਅਸੀਂ ਇਹ 3 ਕਾਨੂੰਨ ਪਾਸ ਕਰਤੇ ਤੁਹਾਡੇ ਫਾਇਦੇ ਲਈ ਨੇ ਅਤੇ ਤੁਸੀਂ ਲਓ ਚੱਕੋ ਇਹਨਾਂ 'ਤੇ ਇਹਨਾਂ ਨੂੰ ਸਵੀਕਾਰ ਕਰੋ। ਲੇਕਿਨ ਜਦੋਂ ਮੈਨੂੰ ਕੋਈ ਚੀਜ਼ ਸਵੀਕਾਰ ਹੀ ਨਹੀਂ, ਮੈਨੂੰ ਲੱਗਦਾ ਮੈਨੂੰ ਇਹ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਪਹੁੰਚਾਏਗੀ ਅਤੇ ਮੈਂ ਨਹੀਂ ਚਾਹੁੰਦਾ, ਅਤੇ ਮੈਨੂੰ ਕਿਉਂ ਦੇਣ ਦੀ ਤੁਸੀਂ ਕੋਸ਼ਿਸ਼ ਕਰੋਗੇ। ਅਤੇ ਇਸ ਹਾਲਾਤ 'ਚ ਜੇ ਸਰਕਾਰ ਇਹ ਕੇਸ ਆਪਣਾ ਖੇਤੀ ਕਾਨੂੰਨ ਵਾਪਸ ਲੈਂਦੀ ਹੈ ਤਾਂ ਬਹੁਤ ਚੰਗੀ ਗੱਲ ਹੋਏਗੀ, ਔਰ ਕਿਸਾਨ ਸੁੱਖੀ ਸਾਂਦੀ ਆਪਣੇ ਘਰਾਂ ਨੂੰ ਪਰਤਣ ਔਰ ਇਹ ਮਾਹੌਲ ਸ਼ਾਂਤ ਹੋਵੇ। ਅੰਨਦਾਤਾ ਜੋ ਹੈ ਉਹ ਆਪਣੇ ਖੇਤਾਂ 'ਚ ਆ ਕੇ ਫਿਰ ਉਹੀ ਸਾਡੇ ਲਈ ਅਨਾਜ ਉਗਾਵੇ, ਚੰਗਾ ਹੋਏਗਾ। ਬਿਲਕੁਲ ਸਰ, ਜਿਵੇਂ ਕਿ ਮੌਸਮ ਵੀ ਲਗਾਤਾਰ ਦੇਖੋ ਕਿੰਨਾ ਖਰਾਬ ਚੱਲ ਰਿਹਾ ਹੈ, ਲਗਾਤਾਰ ਕੁਝ ਦਿਨਾਂ ਤੋਂ ਬਾਰਿਸ਼ ਬਣੀ ਹੋਈ ਹੈ। ਹੌਸਲੇ ਬੇਸ਼ੱਕ ਬੁਲੰਦ ਨੇ ਆਪਣੇ ਕਿਸਾਨ ਵੀਰਾਂ ਦੇ, ਲੇਕਿਨ ਕਿਤੇ ਨਾ ਕਿਤੇ ਮੁਸ਼ਕਿਲਾਂ ਵੀ ਬਹੁਤ ਜ਼ਿਆਦਾ ਨੇ। ਘਰ ਪਰਿਵਾਰ ਤੋਂ ਦੂਰ ਨੇ ਤੇ ਇੰਨੇ ਔਖੇ ਹੋ ਕੇ ਉੱਥੇ ਕੱਟ ਰਹੇ ਨੇ ਦਿਨ, ਤੇ ਸਰਕਾਰ ਨਾਲ ਜੋ ਮੱਥਾ ਲਾਇਆ ਹੋਇਆ ਕਿ ਆਪਣੇ ਹੱਕਾਂ ਨੂੰ ਲੈ ਕੇ ਹੀ ਮੁੜਨਗੇ। ਬਿਲਕੁਲ ਸਹੀ ਗੱਲ ਹੈ ਕਿ ਮੌਸਮ ਨਾ ਖੁਸ਼ਗਵਾਰ ਹੈ, ਲੇਕਿਨ ਕਿਸਾਨ ਹੈ ਜਿਹੜਾ ਉਹ ਹਮੇਸ਼ਾ ਮੌਸਮ ਦੇ ਨਾਲ ਆਡਾ ਲਾਉਂਦਾ ਰਿਹਾ। ਝੱਖੜ ਹੋਣ, ਤੂਫਾਨ ਹੋਣ, ਜੋ ਵੀ ਹੋਵੇ ਉਹ ਆਪਣੇ ਖੇਤ 'ਚ ਜਾ ਕੇ ਆਪਣਾ ਕੰਮ ਕਰਦਾ, ਅਤੇ ਆਪਣੇ ਹੱਕਾਂ ਲਈ ਜੇ ਉਹ ਬੈਠੇ ਆ ਤਾਂ ਉਹ ਡਟੇ ਹੋਏ ਨੇ। ਅਤੇ ਪਰ ਇੰਨਾ ਵੀ ਜਿਹੜਾ ਹੈ ਅੜੀਅਲ ਰਵੱਈਆ ਨਹੀਂ ਹੋਣਾ ਚਾਹੀਦਾ। ਜਿਵੇਂ ਪਹਿਲਾਂ ਕਿਹਾ ਕਿ ਸੁੱਖੀ ਸਾਂਦੀ ਸਭ ਕੁਝ ਸਹੀ ਹੋ ਜਾਵੇ, ਠੀਕ ਹੋ ਜਾਵੇ। ਭਾਰਤ ਸਰਕਾਰ ਜੇ ਕਾਨੂੰਨ ਵਾਪਸ ਲੈ ਲਵੇ ਤਾਂ ਬਹੁਤ ਚੰਗਾ ਹੋਏਗਾ। ਤੇ ਸਰ ਕੀ ਲੱਗਦਾ ਹੈ, ਹੁਣ ਪਟੀਸ਼ਨ ਤਾਂ ਦਾਇਰ ਕਰ ਦਿੱਤੀ ਰਿਲਾਇੰਸ ਇੰਡਸਟਰੀਜ਼ ਨੇ, ਤੇ ਕੀ ਲੱਗਦਾ ਹੈ ਕਿ ਹਾਈ ਕੋਰਟ ਦਾ ਹੁਣ ਇਸ ਵੇਲੇ ਕੀ ਰੁਖ ਰਹੇਗਾ? ਇਹ ਤਾਂ ਹੁਣ ਹਾਈ ਕੋਰਟ ਦੇ ਜੱਜ ਹੀ ਦੱਸ ਸਕਦੇ, ਮੈਂ ਤਾਂ ਕੁਝ ਦੱਸ ਨਹੀਂ ਸਕਦਾ। ਹਾਲਾਤ ਨੂੰ ਦੇਖ ਕੇ ਸਾਡੀ ਜਿਹੜੀ ਜੁਡੀਸ਼ਰੀ ਹੈ, ਨਿਆਂਪਾਲਿਕਾ, ਉਹ ਬਹੁਤ ਸਿਆਣੀ ਹੈ, ਔਰ ਮੇਰਾ ਖਿਆਲ ਆ ਹਰ ਫੈਸਲੇ ਨੂੰ ਉਹ ਹਿਊਮਨ ਐਂਗਲ ਤੋਂ ਦੇਖਦੇ ਆ, ਕਿਉਂਕਿ ਜੱਜਿਸ ਵੀ ਹੈ ਤਾਂ ਇਨਸਾਨ ਹੀ ਨਾ। ਉਹ ਵੀ ਕਿਤੇ ਨਾ ਕਿਤੇ ਜਦੋਂ ਇਹਨਾਂ ਰਿਪੋਰਟਾਂ ਨੂੰ ਦੇਖਦੇ ਆ ਕਿ ਇੰਨੇ ਲੋਕਾਂ ਦੀਆਂ ਜਾਨਾਂ ਗਈਆਂ ਨੇ, ਅਤੇ ਉਹ ਇਸ ਪਟੀਸ਼ਨ ਨੂੰ ਬਾਰੇ ਕੋਈ ਫੈਸਲਾ ਦੇਣ ਤੋਂ ਪਹਿਲਾਂ ਇਸ ਬਾਰੇ ਜ਼ਰੂਰ ਸੋਚਣਗੇ ਕਿ ਉਹ ਕਿਸਾਨਾਂ ਦੇ ਖਿਲਾਫ ਨਾ ਜਾਵੇ, ਅਤੇ ਦੋਵਾਂ ਧਿਰਾਂ ਨੂੰ ਹੀ ਇਨਸਾਫ ਮਿਲੇ। ਕੋਈ ਇਸ ਤਰ੍ਹਾਂ ਦੀ ਵਿੱਚ ਵਿਚਾਲੇ ਦਾ ਰਸਤਾ ਆਪੇ ਕੋਰਟ ਕੱਢ ਲਏਗੀ। ਸੋ ਬਿਲਕੁਲ ਹੁਣ ਹੌਲੀ ਹੌਲੀ ਪ੍ਰਾਈਵੇਟ ਕੰਪਨੀਆਂ ਵੀ ਜਿਹੜੀਆਂ ਨੇ ਦਾਅਵੇ ਕਰ ਰਹੀਆਂ, ਵਾਅਦੇ ਕਰ ਰਹੀਆਂ, ਹੌਲੀ ਹੌਲੀ ਕਿਸਾਨਾਂ ਦੇ ਸਮਰਥਨ ਵਿੱਚ ਉਤਰਤੀਆਂ ਦਿਖਾਈ ਦੇ ਰਹੀਆਂ ਨੇ। ਤੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਹੁਣ ਆਪਣਾ ਅੜੀਅਲ ਰਵੱਈਆ ਜਿਹੜਾ ਉਹਨੇ ਅਖਤਿਆਰ ਕੀਤਾ ਹੋਇਆ ਉਹ ਕਿੰਨੀ ਕੁ ਛੇਤੀ ਉਹਦੇ ਵਿੱਚ ਢਿੱਲ ਪਾਉਂਦੀ ਹੈ, ਤੇ ਜਿਹੜੇ 3 ਖੇਤੀਬਾੜੀ ਕਾਲੇ ਕਾਨੂੰਨ ਜਿਹੜੇ ਕਹੇ ਜਾਣਗੇ ਕਿ 3 ਕਾਲੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਵਾਪਸ ਲਵੇ, ਤੇ ਤਾਂ ਜੋ ਕਿਸਾਨ ਵੀਰ ਨੇ ਡਟੇ ਹੋਏ ਨੇ ਬਾਰਡਰਾਂ ਤੇ ਆਪਣੇ ਘਰ-ਬਾਰ ਨੂੰ ਛੱਡ ਕੇ ਠੰਡ ਦੇ ਮੌਸਮ ਵਿੱਚ ਉਹ ਵੀ ਸੁੱਖ ਸੰਦੀ ਆਪਣੇ ਘਰਾਂ ਨੂੰ ਪਰਤ ਸਕਣ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਦਾ ਸਮਰ ਨਿਊਜ਼ ਦੇ ਨਾਲ। ਸਾਡੇ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ। ਫਿਲਹਾਲ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।